ਹੈਲੋ एवरीवन, ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ETT 5994 ਦੀ ਤਿਆਰੀ ਨੂੰ ਲੈ ਕੇ ਸਾਰੇ ਹੀ ਟੌਪਿਕ ਜਿਹੜੇ ਆ ਕਵਰ ਕਰਾਂਗੇ। ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਹਿੰਦੀ ਕਲਾਸ 1, ਠੀਕ ਹੈ। ਹਿੰਦੀ ਦੀ ਕਲਾਸ ਪਹਿਲੀ ਅੱਜ, ਜਿਹਦੇ ਵਿੱਚ ਕਿ ਆਪਾਂ ਭਾਸ਼ਾ ਔਰ ਲਿਪੀ ਟੌਪਿਕ ਕਵਰ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਆਪਾਂ ਪਹਿਲਾਂ ਚੈਪਟਰ ਕਵਰ ਕਰਾਂਗੇ, ਫਿਰ ਉਸਦੇ MCQ ਸੋਲਵ ਕਰਾਂਗੇ, ਠੀਕ ਹੈ। ਆਮ ਸ਼ੋਰ ਕਿ ਜੇਕਰ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਕਰਦੇ ਹੋ ਤਾਂ ਤੁਹਾਡੇ 80+ ਮਾਰਕਸ ਜ਼ਰੂਰ ਆਉਣਗੇ। ਤਾਂ ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਚੈਨਲ 'ਤੇ ਤੁਸੀਂ ਨਵੇਂ ਹੋ, ਅਤੇ ਵੀਡੀਓ ਨੂੰ ਮੇਕ ਸ਼ੋਰ ਐਂਡ ਤੱਕ ਦੇਖਿਓ। ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਦੇਖੀਏ, ਆਪਾਂ ਨੂੰ ਪਤਾ ਹੈ ਆਪਣੇ ਐਗਜ਼ਾਮ ਦੇ ਵਿੱਚ 6 ਸਬਜੈਕਟ ਆਉਣੇ ਨੇ। ਉਹਨਾਂ ਵਿੱਚੋਂ ਆਪਾਂ ਜਿਹੜਾ ਅੱਜ ਕਰਨ ਜਾ ਰਹੇ ਹਾਂ ਹਿੰਦੀ ਸਬਜੈਕਟ ਹੈ, ਠੀਕ ਹੈ। ਹਿੰਦੀ ਸਬਜੈਕਟ ਜਿਹੜਾ 15 ਮਾਰਕਸ ਦਾ ਆਏਗਾ, ਠੀਕ ਹੈ। ਹਿੰਦੀ ਦਾ ਜਿਹੜਾ ਸਭ ਤੋਂ ਪਹਿਲਾ ਟੌਪਿਕ ਹੈਗਾ ਉਹ ਹੈਗਾ ਭਾਸ਼ਾ ਔਰ ਲਿਪੀ, ਜਿਹੜਾ ਕਿ ਆਪਾਂ ਅੱਜ ਕਵਰ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਵਰਣ ਵਿਚਾਰ, ਸ਼ਬਦ ਵਿਚਾਰ, ਵਿਕਾਰੀ ਅਵਿਕਾਰੀ ਸ਼ਬਦ, ਪਰਾਇਵਾਚੀ। ਤਾਂ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੇ ਟੌਪਿਕ ਜਿਹੜੇ ਆ ਹੌਲੀ ਹੌਲੀ ਕਵਰ ਕਰਾਂਗੇ। ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਟੌਪਿਕ ਨੰਬਰ 1 ਭਾਸ਼ਾ ਔਰ ਲਿਪੀ, ਠੀਕ ਹੈ। ਵੈਰੀ ਇੰਪੋਰਟੈਂਟ ਟੌਪਿਕ ਹੈ। ਲਾਸਟ ਈਅਰ ਇਸ ਐਗਜ਼ਾਮ ਦੇ ਇਸ ਟੌਪਿਕ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਪੁੱਛੇ ਗਏ ਸਨ। ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਪ੍ਰੀਵੀਅਸ ਈਅਰ ਦੇ ਵਿੱਚ ਜਿੰਨੇ ਵੀ ਜਿਵੇਂ 23-24 ਦਾ ਪੇਪਰ ਹੋਇਆ ਸੀ ਅਤੇ 66-35 ਦਾ ਪੇਪਰ ਹੋਇਆ ਸੀ, ਠੀਕ ਹੈ। ਇਸੇ ਤਰ੍ਹਾਂ 59-94 ਦਾ ਪੇਪਰ ਹੋਵੇਗਾ। ਤਾਂ ਉਸਦੇ ਵਿੱਚ ਜਿੰਨੇ ਵੀ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਆਏ ਨੇ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਕੁਐਸਚਨ ਨੰਬਰ 42 ਜਿਹੜਾ है, निम्नलिखित में से कौन सी लिपि नहीं है, ठीक है। ਤਾਂ ਇਹ ਕੁਐਸਚਨ ਜਿਹੜਾ ਇਸ ਟੌਪਿਕ ਦੇ ਵਿੱਚੋਂ ਪੁੱਛਿਆ ਗਿਆ ਭਾਸ਼ਾ ਔਰ ਲਿਪੀ ਦੇ ਵਿੱਚੋਂ, ਠੀਕ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਇਸ ਟੌਪਿਕ ਨੂੰ ਜਿਹੜਾ ਕਵਰ ਕਰਨਾ ਕਿੰਨਾ ਕੁ ਜ਼ਰੂਰੀ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਉਸ ਤੋਂ ਵੀ ਜ਼ਿਆਦਾ ਪ੍ਰੀਵੀਅਸ ਈਅਰ 23-24 ਦੀ ਭਰਤੀ ਦੇ ਵਿੱਚ ਜਿਹੜਾ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਆਇਆ ਸੀ, ਤਾਂ ਉਹ ਆਇਆ ਸੀ ਜੀ ਕੁਐਸਚਨ ਨੰਬਰ 33, ਹਿੰਦੀ ਭਾਸ਼ਾ ਕੀ ਲਿਪੀ ਕੌਣ ਸੀ ਹੈ, ਠੀਕ ਹੈ। ਤਾਂ ਇਹ ਦੋ ਕੁਐਸਚਨ ਜਿਹੜੇ ਨੇ, ਇਸ 2 ਵਾਰੀ ਪੇਪਰ ਹੋਇਆ ਅਤੇ ਦੋਨੋਂ ਵਾਰੀ ਹੀ ਇਸ ਟੌਪਿਕ ਦੇ ਵਿੱਚੋਂ ਕੁਐਸਚਨ ਆ ਚੁੱਕਿਆ ਹੈ, ਭਾਸ਼ਾ ਔਰ ਲਿਪੀ। ਤਾਂ ਤੁਸੀਂ ਸੋਚ ਸਕਦੇ ਹੋ ਇਹ ਜਿਹੜਾ ਟੌਪਿਕ ਹੈ ਕਵਰ ਕਰਨਾ ਕਿੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਤਾਂ ਇਸ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ। ਅੱਜ ਆਪਾਂ ਇਸ ਟੌਪਿਕ ਨੂੰ ਪੂਰਾ ਵਧੀਆ ਤਰੀਕੇ ਨਾਲ ਕਵਰ ਕਰਾਂਗੇ। ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਪਹਿਲਾ ਟੌਪਿਕ ਹੈਗਾ ਭਾਸ਼ਾ ਔਰ ਲਿਪੀ। ਸਭ ਤੋਂ ਪਹਿਲਾਂ ਆਪਾਂ ਨੂੰ ਭਾਸ਼ਾ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। ਭਾषा ਕੀ ਹੁੰਦੀ ਹੈ? ਭਾषा ਦੀ ਡੈਫੀਨੇਸ਼ਨ ਪੜ੍ਹ ਸਕਦੇ ਹੋ। मानव कंठ से निकलने वाली सार्थक ध्वनियाँ जहाँ जिस साधन के द्वारा मनुष्य अपने मन के भावों या विचारों को बोलकर या लिखकर प्रकट करता है, उसे भाषा कहते हैं। ਦੇਖੋ ਭਾਸ਼ਾ ਕੀ ਹੁੰਦੀ ਹੈ? ਭਾਸ਼ਾ ਜਦੋਂ ਆਪਾਂ ਆਪਣੇ ਵਿਚਾਰ ਕਿਸੇ ਨੂੰ ਪ੍ਰਗਟਾਉਂਦੇ ਹੁੰਦੇ ਹਾਂ, ਠੀਕ ਹੈ। ਮਤਲਬ ਆਪਣੇ ਵਿਚਾਰ ਜਦੋਂ ਇੱਕ ਦੂਜੇ ਤੋਂ ਆਪਾਂ ਟਰਾਂਸਫਰ ਕਰਦੇ ਹਾਂ ਤਾਂ ਆਪਾਂ ਉਸਨੂੰ 2 ਹੀ ਰੂਪ ਦੇ ਵਿੱਚ ਟਰਾਂਸਫਰ ਕਰ ਸਕਦੇ ਹਾਂ। ਜਾਂ ਫਿਰ ਉਸਨੂੰ ਲਿਖ ਕੇ ਦੱਸ ਸਕਦੇ ਹਾਂ, ਠੀਕ ਹੈ, ਆਪਣੇ ਭਾਵਾਂ ਨੂੰ ਵੀ, ਆਪਣੇ ਵਿਚਾਰਾਂ ਨੂੰ, ਜਾਂ ਫਿਰ ਉਸਨੂੰ ਬੋਲ ਕੇ ਦੱਸ ਸਕਦੇ ਹਾਂ, ਠੀਕ ਹੈ। ਤਾਂ ਜਿਹੜੇ ਸ਼ਬਦਾਂ ਦੀ ਆਪਾਂ ਵਰਤੋਂ ਕਰਦੇ ਹਾਂ ਬੋਲਣ ਦੇ ਵਿੱਚ ਜਾਂ ਫਿਰ ਲਿਖਣ ਦੇ ਵਿੱਚ, ਉਸਨੂੰ ਹੀ ਭਾਸ਼ਾ ਕਹਿ ਦਿੰਦੇ ਹੁੰਦੇ ਨੇ, ਠੀਕ ਹੈ। ਆਪਾਂ ਨੂੰ ਪਤਾ ਆਪਣੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਵਿਚਾਰ ਆਉਂਦੇ ਨੇ। ਉਹਨਾਂ ਵਿਚਾਰਾਂ ਨੂੰ ਦੱਸਣ ਦੇ ਲਈ ਆਪਾਂ ਨੂੰ ਬਹੁਤ ਸਾਰੇ ਤਰੀਕੇ ਅਪਣਾਉਣੇ ਪੈਂਦੇ ਨੇ। ਤਾਂ ਜਿਹੜਾ ਤਰੀਕਾ ਆਪਾਂ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦੇ ਹਾਂ ਤਾਂ ਉਸਨੂੰ ਭਾਸ਼ਾ ਕਹਿੰਦੇ ਨੇ, ਠੀਕ ਹੈ। ਤਾਂ ਇਹ ਪੁਆਇੰਟ ਜਿਹੜਾ ਇੰਪੋਰਟੈਂਟ ਹੈ ਕਵਰ ਕਰਨਾ। ਉਸ ਤੋਂ ਬਾਅਦ ਅੱਗੇ ਪੜ੍ਹੀਏ। ਭਾਸ਼ਾ ਦਾ ਜਿਹੜਾ ਲਿਖਿਤ ਰੂਪ ਵੀ ਹੁੰਦਾ ਹੈ ਪਲੱਸ ਵਿਆਕਰਣ ਹੁੰਦੀ ਹੈ। ਦੋਨੋਂ ਚੀਜ਼ਾਂ ਭਾਸ਼ਾ ਦੀਆਂ ਹੁੰਦੀਆਂ ਨੇ, ਠੀਕ ਹੈ। ਲਿਖਿਤ ਰੂਪ ਪਲੱਸ ਵਿਆਕਰਣ, ठीक है। सार्थक ध्वनियाँ केड़ियाँ जेड़ियाँ बिल्कुल सही होन, ठीक है। जिस साधन के द्वारा मनुष्य अपने मन के भावों या विचारों को प्रगट करता है, जिसदे राहीं आपां अपने विचारां नूं एक दूजे तक पहुँचा सकते हैं, उसनूं भाषा कहंदे ने। तो उस तो बाद अगे गल करदे आ भाषा के 2 रूप। भाषा के 2 रूप ने, ठीक है। किहड़े किहड़े ने? मौखिक भाषा, लिखित भाषा, ठीक है। क्वेश्चन आ सकता है भाषा के कितने रूप हैं? तो भाषा के 2 रूप हैं। ਕਿਹੜੇ ਕਿਹੜੇ ਆ? ਮੌਖਿਕ ਭਾਸ਼ਾ ਅਤੇ ਲਿਖਿਤ ਭਾਸ਼ਾ। ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ? ਮੌਖਿਕ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਕਿ ਆਪਾਂ ਬੋਲ ਕੇ ਪ੍ਰਗਟ ਕਰਦੇ ਹਾਂ, ਠੀਕ ਹੈ, ਬੋਲਣ ਟਾਈਮ ਯੂਜ਼ ਕਰਦੇ ਹਾਂ। ਅਤੇ ਲਿਖਿਤ ਭਾਸ਼ਾ ਕਿਹੜੀ ਹੁੰਦੀ ਹੈ? ਜਿਸ ਨੂੰ ਆਪਾਂ ਲਿਖ ਕੇ ਪ੍ਰਗਟ ਕਰਦੇ ਹਾਂ, ठीक है। दोनों पॉइंट इंपॉर्टेंट ने। मौखिक भाषा की इकाई ध्वनि है, लिखित भाषा की इकाई वर्ण है। ਜਿਹੜੀ ਆਪਣੀ ਮੌਖਿਕ ਭਾਸ਼ਾ ਹੈ, ਠੀਕ ਹੈ, ਹਿੰਦੀ ਦੀ, ਤਾਂ ਉਸਦੀ ਜਿਹੜੀ ਇਕਾਈ ਹੈ ਉਹ ਹੈਗੀ ਹੈ ਜੀ ਧਵਨੀ, ਠੀਕ ਹੈ, ਜਿਸ ਨੂੰ ਕਿ ਪੰਜਾਬੀ ਦੇ ਵਿੱਚ ਧੁਨੀ ਕਹਿੰਦੇ ਨੇ। ਮੌਖਿਕ ਭਾਸ਼ਾ ਕੀ ਇਕਾਈ ਧਵਨੀ ਹੈ ਅਤੇ ਲਿਖਿਤ ਭਾਸ਼ਾ ਕੀ ਇਕਾਈ ਵਰਨ ਹੈ। ਵਰਨ ਮਤਲਬ ਅਕਸ਼ਰ, ਠੀਕ ਹੈ, ਜਿੱਦਾਂ ਕ ਹੋ ਗਿਆ, ਖ ਹੋ ਗਿਆ, ਇਹ ਸਾਰੇ ਕੀ ਨੇ? ਵਰਨ ਨੇ, ਠੀਕ ਹੈ। ਤਾਂ ਜਿਹੜਾ ਜਦੋਂ ਆਪਾਂ ਲਿਖਦੇ ਹਾਂ ਇਹਨਾਂ ਨੂੰ ਹੀ ਯੂਜ਼ ਕਰਦੇ ਹਾਂ ਆਪਾਂ ਹਿੰਦੀ ਦੇ ਵਿੱਚ। ਤਾਂ ਲਿਖਿਤ ਭਾਸ਼ਾ ਕੀ ਜੋ ਇਕਾਈ ਹੈ ਉਹ ਹੈਗੀ ਹੈ ਜੀ ਵਰਨ, ਅਤੇ ਮੌਖਿਕ ਭਾਸ਼ਾ ਕੀ ਇਕਾਈ ਹੈ ਧਵਨੀ। ਦੋਨੋਂ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣੇ ਨੇ। ਉਸ ਤੋਂ ਬਾਅਦ ਨੈਕਸਟ ਗੱਲ ਕਰੀਏ ਹਿੰਦੀ ਦਾ ਮੂਲ ਰੂਪ। ਤਾਂ ਜੇਕਰ ਕੁਐਸਚਨ ਆਉਂਦਾ ਹੈ ਕਿ ਹਿੰਦੀ ਦਾ ਮੂਲ ਰੂਪ ਕਿਹੜਾ ਹੈ, ਤਾਂ ਹਿੰਦੀ ਦਾ ਮੂਲ ਰੂਪ ਜਿਹੜਾ ਮੌਖਿਕ ਹੈ, ਠੀਕ ਹੈ। ਇਹ ਪੁਆਇੰਟ ਇੰਪੋਰਟੈਂਟ ਹੈ ਕਵਰ ਕਰਨਾ, ਸਟਾਰ ਮਾਰਕ ਕਰ ਲਿਓ। ਹਿੰਦੀ ਦਾ ਮੂਲ ਰੂਪ ਜਿਹੜਾ ਮੌਖਿਕ ਹੈ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਉਪਭਾਸ਼ਾ। ਆਪਣੀ ਜਿਹੜੀ ਭਾਸ਼ਾ ਔਰ ਲਿਪੀ ਟੌਪਿਕ ਹੈ ਇਸ ਦੇ ਅੰਡਰ ਉਪਭਾਸ਼ਾ, ਬੋਲੀ, ਵਿਆਕਰਣ ਸਾਰੇ ਹੀ ਆਉਂਦੇ ਨੇ, ਠੀਕ ਹੈ। ਤਾਂ ਉਪਭਾਸ਼ਾ ਕਿਹੜੀ ਹੁੰਦੀ ਹੈ? उपभाषा विशेष क्षेत्र की भाषा। एक उपभाषा के क्षेत्र में कई बोलियां हो सकती हैं। हिंदी की 5 उपभाषाएं हैं। देखो जेकर गल करते हैं उपभाषा की, ठीक है, उपभाषा केड़ी हुंदी है?
ਕਿਸੇ ਵਿਸ਼ੇਸ਼ ਖੇਤਰ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਹਿੰਦੇ ਨੇ। ਠੀਕ ਹੈ, ਜੇਕਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ, ਇਹ ਜਿਹੜੀਆਂ ਉਪਭਾਸ਼ਾਵਾਂ ਨੇ 5-10 ਕਿਲੋਮੀਟਰ ਤੇ ਥੋੜ੍ਹੇ ਦੂਰ ਜਾ ਕੇ ਇਹ ਬਦਲ ਜਾਂਦੀਆਂ ਨੇ। ਠੀਕ ਹੈ, ਲੇਕਿਨ ਇਹਨਾਂ ਦਾ ਜਿਹੜਾ ਸਮਾਨਯ ਰੂਪ ਹੈ, ਆਮ ਰੂਪ ਹੈ, ਉਹ ਸੇਮ ਰਹਿੰਦਾ ਹੈ, ਇਸ ਕਰਕੇ ਇਹਨੂੰ ਉਪਭਾਸ਼ਾ ਕਹਿੰਦੇ ਨੇ। ਜ਼ਿਆਦਾਤਰ ਜਿਹੜੀ ਸਾਹਿਤਯ ਰਚਨਾ ਹੁੰਦੀਆਂ ਨੇ ਆਪਣੀਆਂ, ਉਹ ਸਾਰੀਆਂ ਉਪਭਾਸ਼ਾ ਦੇ ਅੰਡਰ ਹੀ ਤਿਆਰ ਕੀਤੀਆਂ ਜਾਂਦੀਆਂ ਨੇ। ਠੀਕ ਹੈ, ਤਾਂ ਜੇਕਰ ਆਪਾਂ ਸਿੰਪਲ ਗੱਲ ਕਰੀਏ ਉਪਭਾषा ਕੀ ਹੁੰਦੀ ਹੈ, ਤਾਂ विशेष क्षेत्र की भाषा को उपभाषा कहते हैं। ठीक है, ਉਪਭਾਸ਼ਾ ਦੇ ਅੰਡਰ ਜਿਹੜੇ ਨੇ ਬਹੁਤ ਸਾਰੀਆਂ ਬੋਲੀਆਂ ਆਉਂਦੀਆਂ ਨੇ, ਜਿੱਦਾਂ ਆਪਾਂ ਨੂੰ ਪਤਾ ਹੈ ਆਪਣੀ, ਜੇਕਰ ਆਪਾਂ ਪੰਜਾਬੀ ਦੀ ਗੱਲ ਕਰੀਏ, ਪੰਜਾਬੀ ਦੀਆਂ ਉਪਭਾਸ਼ਾਵਾਂ ਨੇ ਮਾਝੀ, ਪੁਆਧੀ, ਮਲਵਈ, ਹੈ ਨਾ। ਤਾਂ ਇਸੇ ਤਰ੍ਹਾਂ ਹਿੰਦੀ ਦੀਆਂ ਵੀ ਜਿਹੜੀਆਂ ਨੇ ਉਪਭਾਸ਼ਾएं हैं। ठीक है, ਤਾਂ ਹਿੰਦੀ ਦੀ ਕਿੰਨੀਆਂ ਉਪਭਾਸ਼ਾਵਾਂ ਨੇ, ਤਾਂ ਤੁਸੀਂ ਪੜ੍ਹ ਸਕਦੇ ਹੋ, ਹਿੰਦੀ की 5 ਉਪਭਾਸ਼ਾएं हैं। ठीक है, ਕਿੰਨੀਆਂ ਉਪਭਾਸ਼ਾएं हैं, 5 ਉਪਭਾਸ਼ਾएं हैं। ਤਾਂ ਇਸ ਦਾ ਜਿਹੜਾ ਲਿਖਿਤ ਰੂਪ ਵੀ ਹੁੰਦਾ ਹੈ। ਠੀਕ ਹੈ, ਤਾਂ ਲਿਖਿਤ ਰੂਪ ਯਾਦ ਰੱਖਿਓ, ਭਾਸ਼ਾ ਦਾ ਲਿਖਿਤ ਰੂਪ ਹੁੰਦਾ ਹੈ ਜਾਂ ਨਹੀਂ, ਬਿਲਕੁਲ ਹੁੰਦਾ ਹੈ। उपभाषा विशेष की क्षेत्र की भाषा को उपभाषा कहते हैं। हिंदी की 5 उपभाषाएं हैं, इसका लिखित रूप भी होता है। नेक्स्ट पॉइंट है बोली। ठीक है, हिंदी ਦੇ ਵਿੱਚ ਬੋਲੀ ਕਿਸ ਨੂੰ ਕਹਿੰਦੇ ਹਨ, डेफिनेशन पढ़ते हैं। किसी छोटे से क्षेत्र में बोले जाने वाला रूप भाषा का जो स्थानीय होता है। ठीक है, कोई भी छोटा ਖੇਤਰ, ਕੋਈ ਵੀ ਛੋਟਾ ਜਿਹਾ ਖੇਤਰ ਜਿੱਥੇ ਕੋਈ ਭਾਸ਼ਾ ਬੋਲੀ ਜਾਂਦੀ ਹੈ, ਉਸਨੂੰ ਬੋਲੀ ਕਹਿੰਦੇ ਨੇ। ਠੀਕ ਹੈ, ਉਪਭਾਸ਼ਾ ਅਤੇ ਬੋਲੀ ਦੇ ਵਿੱਚ ਕੀ ਅੰਤਰ ਹੈ? ਉਪਭਾਸ਼ਾ ਜਿਹੜੀ ਹੈ ਕਿਸੇ ਵਿਸ਼ੇਸ਼ ਖੇਤਰ ਦੀ ਭਾਸ਼ਾ ਹੈ, ਅਤੇ ਬੋਲੀ ਜਿਹੜੀ ਹੈ ਕਿਸੇ ਛੋਟੇ ਖੇਤਰ ਦੀ ਭਾਸ਼ਾ ਹੈ। ਠੀਕ ਹੈ, ਅਤੇ ਜੋ ਸਥਾਨੀय ਹੋਤਾ ਹੈ, ਸਥਾਨੀय ਮਤਲਬ ਜੋ ਕਿਸੇ ਇੱਕ ਜਿਹੜੀ ਕਿ ਕਿਸੇ ਛੋਟੇ ਸਥਾਨ 'ਤੇ ਬੋਲੀ ਜਾਂਦੀ ਹੈ। ਠੀਕ ਹੈ, ਉਸਨੂੰ ਆਪਾਂ ਜਿਹੜਾ ਬੋਲੀ ਕਹਿ ਦਿੰਦੇ ਹਾਂ। ਜਿਵੇਂ ਆਪਾਂ ਨੂੰ ਪਤਾ ਹੈ ਪੰਜਾਬੀ ਦੀਆਂ ਵੀ ਕਈ ਉਪਬੋਲੀਆਂ ਨੇ, ਥੋੜ੍ਹੇ ਟਾਈਮ ਜਾ ਕੇ ਜਿਹੜੀਆਂ ਨੇ ਦੂਰ ਜਾ ਕੇ ਬਦਲ ਜਾਂਦੀਆਂ ਨੇ। ਇੱਕ ਪੁਆਇੰਟ ਇੱਥੇ ਧਿਆਨ ਦੇਣ ਯੋਗ ਹੈ, ਜਿਹੜਾ ਬੋਲੀ ਹੈ ਆਪਣਾ, ਇਸ ਦਾ ਲਿਖਿਤ ਰੂਪ ਨਹੀਂ ਹੁੰਦਾ। ਠੀਕ ਹੈ, ਉਪਭਾਸ਼ਾ ਅਤੇ ਭਾਸ਼ਾ ਦੋਨਾਂ ਦਾ ਲਿਖਿਤ ਰੂਪ ਮੌਜੂਦ ਹੁੰਦਾ ਹੈ, ਲੇਕਿਨ ਬੋਲੀ ਜਿਹੜੀ ਹੈ ਉਸਦਾ ਲਿਖਿਤ ਰੂਪ ਮੌਜੂਦ ਨਹੀਂ ਹੁੰਦਾ। ਠੀਕ ਹੈ, ਤਾਂ ਇਹ ਪੁਆਇੰਟ ਜਿਹੜਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਵਿਆਕरण ਦੀ। ਵਿਆਕरण ਕੀ ਹੁੰਦਾ ਹੈ? डेफिनेशन पढ़ते हैं। व्याकरण वह शास्त्र है जिसके द्वारा हम भाषा के नियमों को जानकर शुद्ध बोलना, पढ़ना व लिखना सीखते हैं। बिल्कुल देखो, जेकर व्याकरण है ਤਾਂ ਹੀ ਆਪਾਂ ਸ਼ੁੱਧ ਉਚਾਰਨ ਕਰ ਸਕਦੇ ਹਾਂ, ਤਾਂ ਹੀ ਆਪਾਂ ਸ਼ੁੱਧ ਯੂਜ਼ ਕਰ ਸਕਦੇ ਹਾਂ ਕਿਸੇ ਵੀ ਲੈਂਗੁਏਜ ਦਾ। ਠੀਕ ਹੈ, ਤਾਂ ਵਿਆਕਰਨ ਕੀ ਹੈ? ਵਿਆਕਰਨ ਇੱਕ ਇੱਦਾਂ ਦਾ ਸ਼ਾਸਤਰ ਹੈ ਜਿਸ ਦੇ ਦੁਆਰਾ ਆਪਾਂ ਆਪਣੀ ਭਾਸ਼ਾ ਦੇ ਨਿਯਮਾਂ ਨੂੰ ਜਾਣਦੇ ਹਾਂ। ਠੀਕ ਹੈ, ਸ਼ੁੱਧ ਬੋਲਣਾ ਸਿੱਖਦੇ ਹਾਂ, ਪੜ੍ਹਨਾ ਅਤੇ ਲਿਖਣਾ ਸਿੱਖਦੇ ਹਾਂ। ਕਿਸ ਦੇ ਦੁਆਰਾ? ਵਿਆਕਰਨ ਦੇ ਦੁਆਰਾ। ਜਿੱਦਾਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਮੰਨ ਲਓ ਇੱਕ ਐਗਜ਼ਾਮਪਲ ਹੈ, ਮੋਹਨ ਖਾਣਾ ਖਾਤਾ ਹੈ। ठीक है, मोहन खाना खाता है, व्याकरण पक्षों बिल्कुल सही है। जे मैं बोला खाता है खाना मोहन, ਤਾਂ ਇਹ ਕੀ ਹੋ ਜਾਊਗਾ? ਗਲਤ ਹੋ ਜਾਊਗਾ। ਤਾਂ ਜਿਹੜਾ ਇਸ ਦਾ ਸਹੀ ਤਰੀਕਾ ਹੁੰਦਾ ਹੈ, ਉਹ ਆਪਾਂ ਕਿਹਦੇ ਰਾਹੀਂ ਪਤਾ ਕਰਦੇ ਹਾਂ? ਉਹ ਆਪਾਂ ਨੂੰ ਵਿਆਕਰਨ ਦੇ ਰਾਹੀਂ ਹੀ ਗਿਆਨ ਹੁੰਦਾ ਹੈ। ਤਾਂ ਫਿਰ ਜਦੋਂ ਆਪਾਂ ਵਿਆਕਰਨ ਨੂੰ ਪੂਰਾ ਰੱਖਾਂਗੇ, ਫਿਰ ਉਸ ਅਕੋਰਡਿੰਗ ਆਪਾਂ ਨੂੰ ਪਤਾ ਲੱਗੇਗਾ ਕਿ ਮੋਹਨ ਖਾਣਾ ਖਾਤਾ ਹੈ, ਤਾਂ ਉਸ ਅਕੋਰਡਿੰਗ ਜਿਹੜਾ ਇਹ ਵਾਕ ਪੂਰਾ ਸੈੱਟ ਬੈਠਦਾ ਹੈ। ਠੀਕ ਹੈ, ਤਾਂ ਵਿਆਕਰਨ ਕੀ ਹੈ? ਵਿਆਕਰਨ ਉਹ ਚੀਜ਼ ਹੈ ਜਿਸ ਦੇ ਰਾਹੀਂ ਆਪਾਂ ਨੂੰ ਸ਼ੁੱਧ ਬੋਲਣਾ, ਪੜ੍ਹਨਾ ਜਾਂ ਲਿਖਣਾ ਸਿੱਖਦੇ ਹਾਂ। ਠੀਕ ਹੈ, ਅਤੇ ਵਿਆਕਰਨ ਦੇ ਕਿੰਨੇ ਅੰਗ ਹਨ? ਵਿਆਕਰਨ ਦੇ 3 ਅੰਗ ਹਨ, ਵਰਣ ਵਿਚਾਰ, ਸ਼ਬਦ ਵਿਚਾਰ, ਵਾਕਿਆ ਵਿਚਾਰ। ਠੀਕ ਹੈ, ਵਰਣ ਵਿਚਾਰ ਦੇ ਅੰਡਰ ਆਪਾਂ ਵਰਣ ਦੀ ਗੱਲ ਕਰਦੇ ਹਾਂ, ਕਿੰਨੇ ਟਾਈਪ ਦੇ ਵਰਣ ਹੁੰਦੇ ਨੇ, ਕੀ ਇਹਨਾਂ ਦਾ ਯੋਗਦਾਨ ਹੈ। ਸ਼ਬਦ ਵਿਚਾਰ ਦੇ ਅੰਡਰ ਆਪਾਂ ਸ਼ਬਦ ਦੀ ਗੱਲ ਕਰਦੇ ਹਾਂ। ਠੀਕ ਹੈ, ਸ਼ਬਦ ਕਿੱਦਾਂ ਬਣਦੇ ਨੇ, ਕਿੱਦਾਂ ਇਹਨਾਂ ਦੇ ਮੀਨਿੰਗ ਨਿਕਲਦੇ ਨੇ, ਉਹਦੀ ਗੱਲ ਕਰਦੇ ਹਾਂ। ਵਾਕਿਆ ਵਿਚਾਰ ਦੇ ਅੰਡਰ ਆਪਾਂ ਵਾਕਾਂ ਦੀ ਗੱਲ ਕਰਦੇ ਹਾਂ। ਠੀਕ ਹੈ, ਵਾਕਾਂ ਦੇ ਕਿੰਨੇ ਪਾਰਟ ਹੁੰਦੇ ਨੇ, ਕਿਸ ਤਰ੍ਹਾਂ ਇਹਨਾਂ ਨੂੰ ਸੁਮੇਲ ਕਰਕੇ ਇੱਕ ਵਧੀਆ ਵਾਕ ਬਣਾਇਆ ਜਾ ਸਕਦਾ, ਉਸ ਦੀ ਗੱਲ ਕਰਦੇ ਹਾਂ। ਤਾਂ ਇਸ ਪੇਜ ਦੇ ਵਿੱਚ ਜਿਹੜੇ ਆਪਾਂ ਨੇ ਕਵਰ ਕਰੇ ਨੇ ਭਾਸ਼ਾ, ਉਪਭਾਸ਼ਾ, ਬੋਲੀ ਜਾਂ ਵਿਆਕਰਨ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਆਪਾਂ हिंदी की उपभाषाएं। ठीक है, हिंदी की ਜਿਹੜੀ ਉਪਭਾਸ਼ਾएं हैं वो 5 है। ठीक है, 5 टाइप ਦੀਆਂ ਜਿਹੜੀਆਂ ਹਿੰਦੀਆਂ ਦੀ ਉਪਭਾਸ਼ਾਵਾਂ ਨੇ, ਕਿਹੜੀਆਂ ਨੇ? ਪੱਛਮੀ ਹਿੰਦੀ, ਪੂਰਬੀ ਹਿੰਦੀ, ਪਹਾੜੀ ਹਿੰਦੀ, ਰਾਜਸਥਾਨੀ ਹਿੰਦੀ, ਬਿਹਾਰੀ ਹਿੰਦੀ। ਠੀਕ ਹੈ, 5 ਜਿਹੜੀਆਂ ਨੇ ਹਿੰਦੀ ਕੀ ਉਪਭਾਸ਼ਾਵਾਂ ਨੇ, ਤੁਸੀਂ ਪੜ੍ਹ ਸਕਦੇ ਹੋ। ਤਾਂ ਇਹ ਜਿਹੜੀਆਂ 5 ਹੀ ਇੰਪੋਰਟੈਂਟ ਨੇ। ਪੰਜਾਬੀ ਦੀ ਉਪਭਾਸ਼ਾਵਾਂ ਹੋ ਗਿਆ ਮਾਝੀ, ਮਲਵਈ, ਦੁਆਬੀ, ਤਾਂ ਇਸੇ ਤਰ੍ਹਾਂ ਜਿਹੜੀਆਂ ਹਿੰਦੀਆਂ ਦੀ ਉਪਭਾਸ਼ਾਵਾਂ ਨੇ। ਠੀਕ ਹੈ, ਤਾਂ ਇਹ ਪੁਆਇੰਟ ਜਿਹੜਾ ਕਵਰ ਕਰਨਾ ਜ਼ਰੂਰੀ ਹੈ। ਉਸ ਤੋਂ ਬਾਅਦ ਅੱਗੇ ਕੁਝ ਇੰਪੋਰਟੈਂਟ ਪੁਆਇੰਟ ਦੇਖ ਲੈਂਦੇ ਹਾਂ। ਹਿੰਦੀ का मानक रूप खड़ी बोली या कौरवी है। ਜਿਹੜਾ ਹਿੰਦੀ ਦਾ ਮਾਨਯ ਰੂਪ ਹੈ, ਠੀਕ ਹੈ, ਉਹ ਕਿਹਨੂੰ ਕਹਿੰਦੇ ਨੇ? ਉਹ ਕਹਿੰਦੇ ਨੇ ਜੀ ਖੜੀ ਬੋਲੀ ਜਾਂ ਕੌਰਵੀ ਨੂੰ। ਠੀਕ ਹੈ, ਇਹ ਪੁਆਇੰਟ ਵੀ ਇੰਪੋਰਟੈਂਟ ਹੈ। ਹਿੰਦੀ ਦਾ ਜਿਹੜਾ ਮਾਨਕ ਰੂਪ ਹੈ, ਖੜੀ ਬੋਲੀ ਜਾਂ ਕੌਰਵੀ ਨੂੰ ਕਹਿੰਦੇ ਨੇ। ਠੀਕ ਹੈ, ਜਿੱਦਾਂ ਆਪਾਂ ਨੂੰ ਪਤਾ ਆਪਣੇ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਇਹ ਪੰਜਾਬੀ ਦਾ ਮਾਨਕ ਰੂਪ ਹੁੰਦਾ ਹੈ, ਉਹ ਮਾਝੀ ਭਾਸ਼ਾ ਨੂੰ ਕਿਹਾ ਜਾਂਦਾ। ਠੀਕ ਹੈ, ਮਾਝੀ ਉਪਬੋਲੀ ਨੂੰ। ਤਾਂ ਇਸੇ ਤਰ੍ਹਾਂ ਜਿਹੜੀ ਹਿੰਦੀ ਦਾ ਮਾਨਕ ਰੂਪ ਹੈ, ਉਹ ਕਿਹਾ ਜਾਂਦਾ ਹੈ ਜੀ ਖੜੀ ਬੋਲੀ ਜਾਂ ਕੌਰਵੀ ਨੂੰ। ਠੀਕ ਹੈ, ਕੌਰਵੀ ਦੇ ਵਿੱਚ ਜਿਹੜੀ ਹੈ, ਕੌਰਵੀ ਨੂੰ ਖੜੀ ਬੋਲੀ ਵੀ ਕਿਹਾ ਜਾਂਦਾ ਜੇ ਖੜੀ ਬੋਲੀ ਦੋਨੋਂ ਸੇਮ ਨੇ। ਠੀਕ ਹੈ, ਖੜੀ ਬੋਲੀ ਦੇ ਵਿੱਚ ਰਚਨਾ ਕਰਨ ਵਾਲੇ ਜਿਹੜੇ ਪਹਿਲੇ ਕਵੀ ਸੀ, ਉਹ ਹੈਗੇ ਸੀਗੇ ਖੁਸਰੋ। ਠੀਕ ਹੈ, ਅਮੀਰ ਖੁਸਰੋ। ठीक है, तो ये पॉइंट भी जो कवर करना जरूरी है। उस तो बाद गल करते आगे, उत्तर भारत की भाषाओं में संस्कृत सबसे प्राचीन भाषा है।
ਜਿਹੜਾ ਆਪਣਾ ਉੱਤਰ ਭਾਰਤ ਹੈ ਠੀਕ ਹੈ ਉਸ ਦੀ ਜਿੰਨੀ ਵੀ ਭਾਸ਼ਾਵਾਂ ਨੇ ਸਭ ਤੋਂ ਪੁਰਾਣੀ ਭਾਸ਼ਾ ਕਿਹੜੀ ਹੈ ਸੰਸਕ੍ਰਿਤ ਭਾਸ਼ਾ ਹੈ ਠੀਕ ਹੈ ਆਪਸ਼ਨ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਭਾਸ਼ਾ ਜਿਹੜੀ ਹੈ ਸਭ ਤੋਂ ਪ੍ਰਾਚੀਨ ਭਾਸ਼ਾ ਹੈ ਉਸ ਦੇ ਵਿੱਚ ਜਿਹੜੀ ਸੰਸਕ੍ਰਿਤ ਹੈ ਉਹ ਸਭ ਤੋਂ ਪ੍ਰਾਚੀਨ ਭਾਸ਼ਾ ਮੰਨੀ ਗਈ ਹੈ ਠੀਕ ਹੈ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਮੂਕ ਔਰ ਬਧੀਰੋ ਕੀ ਭਾਸ਼ਾ। ਦੇਖੋ ਮੂਕ ਔਰ ਬਧੀਰੋ ਕਿਹੜੇ ਹੁੰਦੇ ਨੇ ਮੂਕ ਔਰ ਬਧੀਰੋ ਉਹ ਹੁੰਦੇ ਨੇ ਜਿਨ੍ਹਾਂ ਨੂੰ ਕਿ ਪ੍ਰੋਪਰ ਨਹੀਂ ਸੁਣ ਪਾਉਂਦਾ ਹੈਗਾ ਤੇ ਜਿਹੜੇ ਕਿ ਪ੍ਰੋਪਰ ਨਹੀਂ ਦੇਖ ਪਾਉਂਦੇ ਠੀਕ ਹੈ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਹੁੰਦੀ ਹੈ ਸੰਕੇਤਿਕ ਹੁੰਦੀ ਹੈ ਠੀਕ ਹੈ। ਮੂਕ ਔਰ ਬਧੀਰੋਂ ਕੀ ਭਾਸ਼ਾ ਜਿਹੜੀ ਹੈ ਸੰਕੇਤਿਕ ਹੁੰਦੀ ਹੈ ਜਿਹੜੇ ਪ੍ਰੋਪਰ ਬੋਲ ਨਹੀਂ ਪਾਉਂਦੇ ਹੈਗੇ ਜਿਨ੍ਹਾਂ ਨੂੰ ਕੋਈ ਡਿਸੇਬਿਲਿਟੀ ਹੁੰਦੀ ਹੈ ਉਹਨਾਂ ਦੀ ਜਿਹੜੀ ਭਾਸ਼ਾ ਹੁੰਦੀ ਹੈ ਉਹ ਸੰਕੇਤਿਕ ਹੁੰਦੀ ਹੈ ਤਾਂ ਇਹ ਪੁਆਇੰਟ ਵੀ ਜ਼ਰੂਰੀ ਹੈ। ਉਸ ਤੋਂ ਬਾਅਦ ਗੱਲ ਕਰੀਏ ਹੁਣ ਆਪਾਂ ਨੇ भाषा बारे जान लिया ਹੁਣ ਆਪਾਂ ਅੱਗੇ पढ़ते हैं लिपि बारे। प्रत्येक ध्वनि को लिखने के लिए कोई ना कोई चिन्ह बनाया जाता है इन्हीं ध्वनि चिन्हों को लिपि कहते हैं। देखो कोई भी ਧੁਨੀ ਹੈ ਠੀਕ ਹੈ ਉਹਨੂੰ ਲਿਖਣ ਦੇ ਲਈ ਕੋਈ ਨਾ ਕੋਈ ਚਿੰਨ੍ਹ ਬਣਾਇਆ ਜਾਂਦਾ ਹੈ ਆਪਾਂ ਨੂੰ ਪਤਾ ਹੈ ਠੀਕ ਹੈ ਤਾਂ ਇਹ ਜਿੰਨੇ ਵੀ ਧੁਨੀ ਚਿੰਨ੍ਹ ਨੇ ਠੀਕ ਹੈ ਇਹਨਾਂ ਸਾਰਿਆਂ ਨੂੰ ਜਿਹੜਾ ਲਿਪि ਕਿਹਾ ਜਾਂਦਾ ਹੈ। लिपि किसी भाषा का विशेष ध्वनियों को लिखने का एक सुव्यवस्थित तरीका है। बिल्कुल ਜਿਹੜੀ ਹਿੰਦੀ ਦੀ ਭਾਸ਼ਾ ਹੈਗੀ ਹੈ ਦੇਵਨਾਗਰੀ ਲਿਪੀ ਹੈ ਸੌਰੀ ਹਿੰਦੀ ਦੀ ਜਿਹੜੀ ਲਿਪੀ ਹੈ ਉਹ ਹੈਗੀ ਹੈ ਦੇਵਨਾਗਰੀ ਲਿਪੀ ਠੀਕ ਹੈ। ਦੇਵਨਾਗਰੀ ਲਿਪੀ ਦੇ ਅੰਡਰ ਆਪਾਂ ਅੱਖਰਾਂ ਨੂੰ ਦੇਖਦੇ ਹਾਂ ਫਿਰ ਉਸ ਅਕੋਰਡਿੰਗ ਆਪਾਂ ਹਿੰਦੀ ਨੂੰ ਲਿਖਦੇ ਹਾਂ ਠੀਕ ਹੈ। ਤਾਂ ਲਿਪੀ ਕੀ ਹੈ ਲਿਪੀ ਕਿਸੇ ਭਾਸ਼ਾ ਦਾ ਵਿਸ਼ੇਸ਼ ਧੁਨੀਆਂ ਦਾ ਲਿਖਣ ਦਾ ਇੱਕ ਵਧੀਆ ਤਰੀਕਾ ਹੁੰਦਾ ਹੈ ਠੀਕ ਹੈ। ਤਾਂ ਇਹ ਡੈਫੀਨੇਸ਼ਨ ਜ਼ਰੂਰ ਯਾਦ ਕਰ ਲਿਓ ਠੀਕ ਹੈ। ਬਸ ਲਿਪੀ ਦੇ ਵਿੱਚ ਆਪਾਂ ਸਿਰਫ ਇੰਨਾ ਕੁ ਯਾਦ ਕਰਨਾ ਹੈ ਕਿ ਜਿੰਨੇ ਵੀ ਲਿਪੀ ਚਿੰਨ੍ਹ ਨੇ ਠੀਕ ਹੈ ਧੁਨੀ ਦੇ ਚਿੰਨ੍ਹ ਨੇ ਕੋਈ ਵੀ ਧੁਨੀ ਲਿਖਣੀ ਹੈ ਮੰਨ ਲਓ ਆਪਾਂ ਨੇ ਸਿਹਾਰੀ ਲਿਖਣੀ ਹੈ ਜਾਂ ਆਪਾਂ ਨੇ ਕੋਈ ਵੀ ਮਾਤਰਾ ਲਿਖਣੀ ਹੈ ਠੀਕ ਹੈ ਉਹ ਸਾਰੇ ਆਪਾਂ ਕਿਸੇ ਅੱਖਰਾਂ ਨੂੰ ਯੂਜ਼ ਕਰਦੇ ਹਾਂ ਕੋਈ ਚਿੰਨੀ ਯੂਜ਼ ਕਰਦੇ ਹਾਂ ਜਿੱਦਾਂ ਮੈਂ ਤੁਹਾਨੂੰ ਇੱਥੇ ਕਹਿ ਦਿੰਦੀ ਹਾਂ ਕਿ ਇਹ ਆ ਕੀ ਮਾਤਰਾ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਇਹ ਕੰਨਾ ਹੈ ਤਾਂ ਇਹ ਕਿਵੇਂ ਪਤਾ ਕਿਉਂਕਿ ਇਹ ਇੱਕ ਆਪਾਂ ਨੂੰ ਪਤਾ ਹੈ ਕਿ ਇਹ ਕੰਨੇ ਦਾ ਚਿੰਨ੍ਹ ਹੈ ਤਾਂ ਇਹੀ ਲਿਪੀ ਦੇ ਅੰਡਰ ਆਉਂਦਾ ਹੈ ਠੀਕ ਹੈ। ਹਰੇਕ ਧੁਨੀ ਨੂੰ ਲਿਖਣ ਦੇ ਲਈ ਇੱਕ ਚਿੰਨ੍ਹ ਹੁੰਦਾ ਹੈ ਇਹਨਾਂ ਧੁਨੀ ਚਿੰਨ੍ਹਾਂ ਨੂੰ ਹੀ ਲਿਪੀ ਕਹਿੰਦੇ ਨੇ ਠੀਕ ਹੈ। ਤੇ ਧੁਨੀ ਚਿੰਨ੍ਹ ਜਿੰਨੇ ਵੀ ਧੁਨੀਆਂ ਨੇ ਉਹਨਾਂ ਨੂੰ ਲਿਖਣ ਦਾ ਇੱਕ ਵਧੀਆ ਤਰੀਕਾ ਹੁੰਦਾ ਜਿਸ ਨੂੰ ਲਿਪੀ ਕਹਿੰਦੇ ਨੇ। ਹਿੰਦੀ ਦੀ ਲਿਪੀ ਹੈਗੀ ਹੈ ਦੇਵਨਾਗਰੀ ਲਿਪੀ। ਉਸ ਤੋਂ ਬਾਅਦ ਗੱਲ ਕਰੀਏ ਦੇਵਨਾਗਰੀ ਲਿਪੀ ਹੋਰ ਕਿਹੜੀਆਂ ਭਾਸ਼ਾਵਾਂ ਦੀ ਲਿਪੀ ਹੈ ਤਾਂ ਹਿੰਦੀ ਹੋ ਗਿਆ ਸੰਸਕ੍ਰਿਤ ਨੇਪਾਲੀ ਮਰਾਠੀ ਇਹਨਾਂ ਚਾਰਾਂ ਭਾਸ਼ਾਵਾਂ ਦੀ ਦੇਵਨਾਗਰੀ ਲਿਪੀ ਹੈ ਠੀਕ ਹੈ। ਚਾਰਾਂ ਹੀ ਭਾਸ਼ਾਵਾਂ ਦੀ ਦੇਵਨਾਗਰੀ ਲਿਪੀ ਹੈ। ਆਪਸ਼ਨ ਦੇ ਕੇ ਆਪਾਂ ਨੂੰ ਮੰਨ ਲਓ ਤਿੰਨ ਆਪਸ਼ਨ ਦੇ ਦਿੱਤੇ ਗਏ ਨੇ ਸੰਸਕ੍ਰਿਤ ਨੇਪਾਲੀ ਮਰਾਠੀ ਠੀਕ ਹੈ ਤੇ ਚੌਥਾ ਆਪਸ਼ਨ ਦੇ ਦਿੱਤਾ ਗਿਆ ਕਿ ਇਹਨਾਂ ਵਿੱਚੋਂ ਕੋਈ ਨਹੀਂ ਤੇ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਦੇਵਨਾਗਰੀ ਲਿਪੀ ਕਿਹੜੀ ਹੈ ਠੀਕ ਹੈ। ਤਾਂ ਇਹ ਕੁਐਸਚਨ ਨੂੰ ਥੋੜ੍ਹਾ ਘੁਮਾਇਆ ਜਾ ਸਕਦਾ ਜੇ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਉਪਰੋਕਤ ਸਾਰੇ ਤਾਂ ਆਪਾਂ ਨੇ ਕੀ ਕਰਨਾ ਹੈ ਉਪਰੋਕਤ ਸਾਰੇ ਨੇ ਠੀਕ ਹੈ। ਤਾਂ ਚਾਰੋਂ ਹੀ ਭਾਸ਼ਾਵਾਂ ਨੇ ਜਿਹੜੀਆਂ ਸੰਸਕ੍ਰਿਤ ਨੇਪਾਲੀ ਮਰਾਠੀ ਇਹਨਾਂ ਦੀ ਜਿਹੜੀ ਲਿਪੀ ਆ ਉਹ ਦੇਵਨਾਗਰੀ ਲਿਪੀ ਹੀ ਹੈ ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਹਿੰਦੀ ਦੀ ਜਿਹੜੀ ਦੇਵਨਾਗਰੀ ਲਿਪੀ ਹੈ ਉਹ ਕਿਸ ਮੈਥਡ ਨਾਲ ਲਿਖੀ ਜਾਂਦੀ ਹੈ ਤਾਂ ਉਹ ਲਿਖੀ ਜਾਂਦੀ ਹੈ ਬਾਈ ਸੇ ਦਾਈ ਔਰ ਮਤਲਬ ਕਿ ਖੱਬੇ ਤੋਂ ਸੱਜੇ ਪਾਸੇ ਜਿੱਦਾਂ ਆਪਾਂ ਹਮ ਲਿਖ ਰਹੇ ਹਾਂ ਠੀਕ ਹੈ। ਤਾਂ ਪਹਿਲਾਂ ਆਪਾਂ ਹ ਲਿਖਾਂਗੇ ਫਿਰ ਹਮ ਲਿਖਾਂਗੇ ਮਤਲਬ ਕਿ ਆਪਾਂ ਜਿਹੜਾ ਖੱਬੇ ਤੋਂ ਸੱਜੇ ਵੱਲ ਜਾਂਦੇ ਹਾਂ ਠੀਕ ਹੈ। ਤਾਂ ਜਿਹੜੀ ਹਿੰਦੀ ਦੀ ਦੇਵਨਾਗਰੀ ਲਿਪੀ ਆ ਉਹ ਬਾਈ ਸੇ ਦਾਈ ਔਰ ਲਿਖੀ ਜਾਂਦੀ ਹੈ ਖੱਬੇ ਤੋਂ ਸੱਜੇ ਵੱਲ। उस तो बाद अगे पॉइंट है अपना हिंदी के कुछ बारे में कुछ महत्वपूर्ण तथ्य ठीक है। आप भाषा और लिपि बारे जान चुके हैं हुण आपां कुछ इंपॉर्टेंट पॉइंट जिहड़ा हिंदी दे कवर करांगे। तो पहला पॉइंट है हिंदी का विकास राजभाषा के रूप में हुआ है। बिल्कुल देखो जेकर अपन पूछा जाए कि हिंदी दी जिहड़ी अपनी इंडिया है उसकी राजभाषा किहड़ी है तो वह हैगी है जी हिंदी ठीक है। हिंदी की है राजभाषा है। हिंदी को भारतीय संविधान में मान्यता 14 सितंबर 1949 को प्रदान की गई। बिल्कुल जो अपनी संविधान दे विच अपनी हिंदी भाषा नूं ऐड किया गया सी ठीक है। जो हिंदी भाषा नूं मानता मिली है तो कदों मिली सी वो मिली सी 14 सितंबर 1949 नूं ठीक है। 14 सितंबर 1949 ਨੂੰ अपनी ਜਿਹੜੀ हिंदी भाषा है इसनूं मानता मिल गई सी संविधान दे विच। उस तो बाद नैक्सट पॉइंट है संविधान के अनुच्छेद 343 के अनुसार संघ की राजभाषा हिंदी और लिपि देवनागरी है। बिल्कुल देखो इत्थे अनुच्छेद नूं हाईलाइट किया गया संविधान का किहड़ा अनुच्छेद है अनुच्छेद नंबर 343 जिस दे अनुसार संघ की राजभाषा जिहड़ी है हिंदी है ते लिपि जिहड़ी है देवनागरी है ठीक है। अपने इंडिया की किहड़े अनुच्छेद दे अंडर आंदा है 343 ये जिन्ने भी पॉइंट हाईलाइट किए गए ने राजभाषा हो गया डेट्स हो गया ठीक है पॉइंट्स हो गए ये सारे ही इंपॉर्टेंट ने ठीक है। जिन्ने भी जेड़ा भी एक टॉपिक जेड़ा सारा इंपॉर्टेंट है तुसीं सारा ध्यान नाल पढ़ना है। उस तो बाद है पॉइंट नंबर 4 संविधान की 8वीं सूची में 22 भाषाएं सम्मिलित हैं। ਉੱਪਰ ਆਪਾਂ ਨੇ ਪੜ੍ਹਿਆ ਕਿ ਹਿੰਦੀ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਤਾਂ ਇਸ ਸੰਵਿਧਾਨ ਦੇ ਵਿੱਚ ਕਿੰਨੀਆਂ ਟੋਟਲ ਭਾਸ਼ਾਵਾਂ ਨੇ ਜਿਨ੍ਹਾਂ ਨੂੰ ਕਿ ਮਾਨਤਾ ਮਿਲੀ ਹੈ ਤਾਂ ਉਹ ਹੈਗੀਆਂ ਨੇ ਜੀ 22 ਭਾਸ਼ਾਵਾਂ। ਤਾਂ ਕਿਹੜੀ ਸੂਚੀ ਦੇ ਅੰਡਰ ਆਉਂਦੀਆਂ ਨੇ ਇਹ ਆਉਂਦੀਆਂ ਨੇ ਜੀ 8ਵੀਂ ਸੂਚੀ ਦੇ ਅੰਡਰ ਠੀਕ ਹੈ। 8ਵੀਂ ਸੂਚੀ ਦੇ ਅੰਡਰ ਜਿਹੜੀਆਂ ਨੇ ਸੰਵਿਧਾਨ ਦੇ ਵਿੱਚ ਆਪਣੀਆਂ 22 ਭਾਸ਼ਾਵਾਂ ਆਉਂਦੀਆਂ ਨੇ ਤੇ ਹਿੰਦੀ ਉਹਨਾਂ ਦੇ ਵਿੱਚ ਚੌਥੇ ਨੰਬਰ 'ਤੇ ਹੈ ਜਿੱਦਾਂ ਪਹਿਲੀ ਜਿਹੜੀ ਹੈ ਅਸਮੀ ਹੈ ਦੂਜੀ ਬੰਗਲਾ ਤੀਜਾ ਗੁਜਰਾਤੀ ਤੇ ਚੌਥੀ ਜਿਹੜੀ ਹੈ ਹਿੰਦੀ ਹੈ। ਤਾਂ ਹਿੰਦੀ ਜਿਹੜੀ ਹੈ ਉਹਨਾਂ ਦੇ ਵਿੱਚੋਂ ਕਿਹੜੇ ਨੰਬਰ 'ਤੇ ਹੈ ਤਾਂ ਇਹ ਹੈਗੇ ਜੀ ਚੌਥੇ ਨੰਬਰ 'ਤੇ। ਤਾਂ ਇਸ ਤਰ੍ਹਾਂ ਜਿਹੜੀਆਂ ਨੇ ਟੋਟਲ 22 ਭਾਸ਼ਾਵਾਂ ਨੇ ਜਿਹੜੀ ਕਿ 8ਵੀਂ ਸੂਚੀ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਹਿੰਦੀ ਦਿਵਸ ਦੀ। ਤਾਂ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਹਿੰਦੀ ਦਿਵਸ ਮਨਾਇਆ ਜਾਂਦਾ ਹੈ ਜੀ 14 ਸਤੰਬਰ ਨੂੰ ਠੀਕ ਹੈ। 14 ਸਤੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਆਪਾਂ ਨੇ ਪੜ੍ਹਿਆ ਹੈ ਕਿ
ਸੰਵਿਧਾਨ ਦੇ ਵਿੱਚ ਜਿਹੜੇ 14 ਸੈਪਟੰਬਰ ਨੂੰ ਆਪਣੀ ਹਿੰਦੀ ਭਾਸ਼ਾ ਨੂੰ ਮਾਨਤਾ ਪ੍ਰਾਪਤ ਹੋਈ ਸੀ। ਠੀਕ ਹੈ, ਤਾਂ ਹਿੰਦੀ ਦਿਵਸ ਜਿਹੜਾ ਮਨਾਇਆ ਜਾਂਦਾ ਹੈ 14 ਸੈਪਟੰਬਰ ਨੂੰ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਗੱਲ ਕਰੀਏ ਵਿਸ਼ਵ ਹਿੰਦੀ ਦਿਵਸ, ਤਾਂ ਇਹ ਮਨਾਇਆ ਜਾਂਦਾ ਹੈ ਜੀ 10 ਜਨਵਰੀ ਨੂੰ। ਠੀਕ ਹੈ, ਦੋਨੋਂ ਪੁਆਇੰਟ ਇੰਪੋਰਟੈਂਟ ਨੇ ਕਵਰ ਕਰਨੇ। ਜੇਕਰ ਆਪਾਂ ਨੂੰ ਪੁੱਛਿਆ ਜਾਵੇ ਹਿੰਦੀ ਡੇ, ਹਿੰਦੀ ਦਿਵਸ, ਤਾਂ 14 ਸੈਪਟੰਬਰ ਨੂੰ ਮਨਾਇਆ ਜਾਂਦਾ ਹੈ। ਲੇਕਿਨ ਜੇਕਰ ਪੁੱਛਿਆ ਜਾਵੇ ਵਰਲਡ ਹਿੰਦੀ ਡੇ, ਠੀਕ ਹੈ, ਵਿਸ਼ਵ ਹਿੰਦੀ ਦਿਵਸ, ਤਾਂ ਇਹ ਮਨਾਇਆ ਜਾਂਦਾ ਹੈ ਜੀ 10 ਜਨਵਰੀ। ਠੀਕ ਹੈ, ਦੋਨੋਂ ਧਿਆਨ ਨਾਲ ਕਵਰ ਕਰਨੇ ਨੇ। ਉਸ ਤੋਂ ਬਾਅਦ ਅੱਗੇ ਪੁਆਇੰਟ ਹੈ ਉਪਭਾਸ਼ਾਈ ਔਰ ਬੋਲੀਆਂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬੀ ਦੀਆਂ 5 ਉਪਭਾਸ਼ਾਵਾਂ ਨੇ। ਠੀਕ ਹੈ, ਇਹਨਾਂ ਦੇ ਅੰਤਰਗਤ ਕੁਛ ਬੋਲੀਆਂ ਆਉਂਦੇ ਨੇ ਜਿਹੜੇ ਕਿ ਇੱਥੇ ਪੂਰਾ ਡਾਟਾ ਤਿਆਰ ਕੀਤਾ ਗਿਆ। ਤੁਸੀਂ ਇਸ ਨੂੰ ਸਕਰੀਨਸ਼ਾਟ ਲੈ ਸਕਦੇ ਹੋ, ਕਾਪੀ ਦੇ ਵਿੱਚ ਨੋਟ ਕਰ ਲਿਓ। ਠੀਕ ਹੈ, ਇਸ ਦੇ ਵਿੱਚ ਕੁਝ ਸਮਝਾਉਣ ਵਾਲਾ ਹੈ ਨਹੀਂ, ਬਸ ਤੁਸੀਂ ਲਰਨ ਹੀ ਕਰਨਾ ਕਿ ਬਿਹਾਰੀ ਉਪਭਾਸ਼ਾ ਦੇ ਅੰਡਰ ਕਿਹੜੀ ਬੋਲੀ ਆਉਂਦੀ ਹੈ। ਇੱਕ ਪੁਆਇੰਟ ਜ਼ਰੂਰ ਧਿਆਨ ਨਾਲ ਦੇਖ ਲੈਣਾ, ਜਿਹੜੀ ਆਪਣੀ ਖੜੀ ਬੋਲੀ ਹੈ ਹਿੰਦੀ ਦਾ ਮਾਨਕ ਰੂਪ, ਇਹ ਜਿਹੜੀ ਹੈ ਪੱਛਮੀ ਹਿੰਦੀ ਉਪਭਾਸ਼ਾ ਦੇ ਅੰਡਰ ਆਉਂਦੀ ਹੈ। ਠੀਕ ਹੈ, ਇਹ ਪੁਆਇੰਟ ਜ਼ਰੂਰ ਕਵਰ ਕਰ ਲੈਣਾ, ਤਾਂ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਹਿੰਦੀ का विकास। ठीक है, हिंदी का विकास किस भाषा से हुआ है, तो हिंदी का जिहड़ा विकास होया जी वो होया संस्कृत भाषा तो। ठीक है, संस्कृत भाषा जिहड़ी बहुत प्राचीन भाषा ते जिहड़ी हिंदी भाषा वो संस्कृत भाषा तो ही बनी है। ठीक है, संस्कृत भाषा तो पैदा हुई है। संस्कृत भाषा नूं होर किहड़े भाषा के नाम दे नाल जाणिया जांदा, तो इहनूं कहा जांदा जी आर्य भाषा या देव भाषा। ठीक है, आर्य भाषा या देव भाषा जिहड़ा है संस्कृत भाषा नूं कहा जांदा है। आपां नूं पुछिया जा सकदा है कि जिहड़ी देव भाषा है वो किहड़ी भाषा नूं कहा जांदा है। ऑप्शन दे विच दिया जा सकदा है कि संस्कृत, हिंदी जां होर कोई, है ना। तो आपां ने की टिक करना है संस्कृत भाषा, क्योंकि जिन्ने भी पुराने देवी देवते सन वो सारे संस्कृत भाषा नूं यूज़ करदे सन। ठीक है, तो इस करके जिन्ने भी ऋग्वेद वगैरह दे विच अपणियां रचनावां होईयां ने मोस्टली संस्कृत भाषा दे विच कीतीआं गईयां ने। ठीक है, तो इस करके आर्य भाषा या देव भाषा जिहड़ी है संस्कृत भाषा नूं कहंदे हन। उस तो बाद अगे पॉइंट की गल करते हैं, भारत की सारी वर्तमान लिपियां अरबी फारसी लिपि को छोड़कर ब्रह्मी से ही विकसित हुई हैं। देखो जेकर आप गल करिए देवनागरी लिपि की, ठीक है, तो देवनागरी लिपि किहड़ी लिपि तो विकसित हुई है, तो यह हुई है जी ब्राह्मी लिपि तो। ठीक है, तो यह पॉइंट भी इंपॉर्टेंट है, कवर कर लियो जरूर। भारत की जिहड़ी देवनागरी लिपि है वो ब्राह्मी लिपि तो ही विकसित हुई है। जिन्नी भी हुण दी वर्तमान लिपियां ने वो सारियां बस उन्हां दे विचों एक नूं छड्ड के अरबी फारसी लिपि, बाकी सारियां जिहड़े ने ब्राह्मी लिपि तो विकसित होईयां ने। ठीक है, तो उस तो बाद नैक्सट पॉइंट देखते हैं प्राचीन भारत की प्राचीन लिपियां। ठीक है, जिहड़ी अपनी भारत के अंडर लिपियां किहड़ियां आंदियां ने, तो यह हैगे ने जी सिंधु लिपि, ब्राह्मी लिपि, खरोष्टी लिपि, गुप्त लिपि, शारदा लिपि, नागरी लिपि, देवनागरी लिपि, चित्रलिपि, कलिंग लिपि। ठीक है, तो ये जिन्नियां भी लिपियां ने ये सारियां अपनी भारत दियां ही लिपियां ने। ठीक है, तो ये सीगा अज दे टॉपिक। तो हुण आपां देखदे हां जिहड़े आपां ने क्वेश्चन दिखाए सी तुहानूं स्टार्टिंग दे विच, ओह सॉल्व करके देखदे हां कि ये पूरा टॉपिक कवर करन तो बाद आपां ओह सॉल्व कर पा रहे हां जां नहीं। तो क्वेश्चन सीगा निम्नलिखित में से कौन सी लिपि नहीं है, तो आपां ने पढ़िया सीगियां लिपियां बारे। ठीक है, नागरी लिपि, चित्रलिपि, खरोष्टी लिपि, सामी लिपि। तो जेकर तुसीं दोबारा उत्थे जाके देखदे हो लिपियां दी लिस्ट दे विच, तो उन्हां दे विच जिहड़ी नागरी लिपि भी हैगी सी, चित्रलिपि भी है सी, खरोष्टी लिपि भी है सी, लेकिन सामी लिपि नहीं सी। ठीक है, सामी कोई लिपि नहीं हुंदी हैगी। ठीक है, सामी जिहड़ी है कोई लिपि नहीं हैगी। ये जस्ट तुहानूं ऑप्शन जिहड़ा करैक्ट इनकरैक्ट सी। ठीक है, जिहड़ा कि तुसीं चूज़ करना सी, इन्हां ने नहीं पूछिया। ठीक है, निम्नलिखित में से कौन सी लिपि नहीं है, तो इन्हां दे विचों जिहड़ी सामी आ वो लिपि नहीं हैगी। ठीक है, बाकी तीनों जिहड़ियां ने लिपियां ने तुसीं चार्ट दे विच देखिया, तो इहदा जिहड़ा राइट आंसर है ऑप्शन नंबर डी है। उस तो बाद गल करदे हां नैक्सट क्वेश्चन दी। नैक्सट प्रीवियस ईयर के जो क्वेश्चन आया सी वो आया सी जी हिंदी भाषा की लिपि कौन सी है। ठीक है, तो ऑप्शन दिते हुए ने रोमन लिपि, चित्रलिपि, देवनागरी लिपि, इनमें से कोई नहीं। तो मैं तुहानूं दस्सिया सी कि जिहड़ी हिंदी भाषा की लिपि है वो हैगी जी देवनागरी लिपि। ऑप्शन नंबर सी इज़ द राइट आंसर है। ठीक है, ठीक है, तो इसका जो राइट आंसर है वो है देवनागरी लिपि। हिंदी की जी लिपि है वो देवनागरी लिपि है। ठीक है, 4 भाषावां की लिपि देवनागरी लिपि नूं मन्निया जाता है। तो इस तरह जो अपने टॉपिक कवर कर, तो ये जो टॉपिक अपने कवर कराया है तो यही सीगा। ठीक है, टॉपिक बहुत छोटा जिहा टॉपिक है, लेकिन ये सारा लर्न करने वाला है। ठीक है, बिल्कुल समझण वाला है। मैं पूरा अपने वालों तो पूरी कोशिश करी है कि मैं तुहानूं सारा टॉपिक कवर करावां। बिल्कुल सारा टॉपिक ही कवर कराया गया है। इस तो बाद आपां नैक्सट वीडियो दे विच आपां इसदे MCQ सॉल्व करांगे। ठीक है, जिहदे विच कि टॉप 15 क्वेश्चन जिहड़े ने या टॉप 20 क्वेश्चन जिहड़े ने इस टॉपिक दे विचों जिहड़े ने कराए जाणगे। ठीक है, तो ये सीगा अज दे टॉपिक अपना भाषा और लिपि। इस तो बाद हुण आपां इसदे MCQ सॉल्व करांगे। तो इस करके चैनल नूं जरूर सबसक्राइब कर लिओ जेकर चैनल ते तुसीं नवें हो। आपां सारा सिलेबस हौली हौली कवर करते जावांगे 59-96 का।
ठीक है। बिल्कुल 80+ ਦਾ टारगेट ਆਪਾਂ ਰੱਖ के ਚੱਲਾਂਗੇ। ਉਸ ਤੋਂ ਬਾਅਦ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ। ਜਿਹੜੇ ਜਿੰਨੇ ਵੀ ਤੁਸੀਂ ਨੋਟਸ ਜਿਹੜੇ ਤੁਸੀਂ ਲੈਣੇ ਨੇ PDF ਦੀ ਫਾਰਮ ਦੇ ਵਿੱਚ ਮਿਲ ਜਾਣਗੇ ਤੁਹਾਨੂੰ। ਇਹ ਮਿਲਣਗੇ ਜੀ ਟੈਲੀਗ੍ਰਾਮ ਲਿੰਕ 'ਤੇ, ਠੀਕ ਹੈ। ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ, ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰੋ, ਠੀਕ ਹੈ। ਉੱਥੇ ਜਾ ਕੇ ਜਿਹੜਾ ਤੁਹਾਨੂੰ PDF ਪ੍ਰੋਵਾਈਡ ਕਰਾ ਦਿੱਤਾ ਜਾਏਗਾ, ਤੁਸੀਂ ਆਰਾਮ ਨਾਲ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ ਅਤੇ ਦੇਖ ਕੇ ਲਿਖ ਵੀ ਸਕਦੇ ਹੋ। ਤਾਂ ਇਹ ਸੀਗੀ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਤੁਹਾਡਾ ਕਿਸੇ ਤਰ੍ਹਾਂ ਕੋਈ ਡਾਊਟ ਹੋਵੇ, ਕਮੈਂਟ ਹੋਵੇ, ਕੋਈ ਕੁਛ ਵੀ ਹੋਵੇ, ਠੀਕ ਹੈ, ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਲਿਖ ਸਕਦੇ ਹੋ। ਤੁਹਾਡਾ ਜ਼ਰੂਰ ਜਿਹੜਾ ਜਵਾਬ ਦਿੱਤਾ ਜਾਵੇਗਾ, ਠੀਕ ਹੈ। ਬਾਕੀ ਇਹੀ ਸੀਗੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਕੇ ਦੱਸਣਾ ਹੈ। ਅਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਅਤੇ ਥੈਂਕ ਯੂ, ਠੀਕ ਹੈ। ਅਤੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰਨਾ ਨਾ ਭੁੱਲਣਾ।